ਦੁਨੀਆ ਨਾ ਸਾ ਲਾਹੇ ਜੋ ਮਰ ਵੰਝ ਸੀ, ਲੋਕਾਂ ਨਾ ਸਾ ਲਾਹੇ ਜੋ ਮਰ ਖਾਕ ਥੀ। ਇਸ ਦਾ ਕੀ ਭਾਵ ਹੈ ਗੁਰੂ ਜੀ? ਜਨਪਾਲ ਨੇ ਪੁੱਛਿਆ ਹੈ। ਇਸ ਸ਼ਬਦ ਦੀਆਂ ਹੇਠਲੀਆਂ ਤੁਕਾਂ ਖਿਆਲ ਵਿੱਚ ਲਓ, ਫਿਰ ਭਾਵ ਸਪਸ਼ਟ ਹੋਵੇਗਾ। ਵਾਹੋ ਮੇਰੇ ਸਾਹਿਬਾ ਵਾਹ, ਗੁਰਮੁਖ ਸਦਾ ਸਾਲਾਹੀ ਹੈ, ਸੱਚਾ ਵੀ ਪਰਵਾਹ। ਰਹਾਉ। ਦੁਨੀਆ ਕੇਰੀ ਦੋਸਤੀ, ਮਨਮੁਖ ਦਜ ਮਰਨ, ਜੰਪੁਰ ਬੱਧੇ ਮਾਰੀਏ, ਵੇਲਾ ਨਾ ਲਾਹਨ। ਇਸ ਸ਼ਬਦ ਦੁਆਰਾ ਗੁਰਮੁਖ ਅਤੇ ਮਨਮੁਖ ਦੀ ਕਰਨੀ ਸਪਸ਼ਟ ਕਰਦੇ ਹਨ। ਮਨਮੁਖ ਦੁਨੀਆ ਦੇ ਨਾਲ ਦੋਸਤੀ ਕਰਕੇ ਸੜ ਕੇ ਮਰਦਾ ਹੈ। ਇੱਥੇ ਤੇ ਸੜਦਾ ਹੀ ਹੈ। ਫਿਰ ਜੰਪੁਰ ਬੱਧੇ ਮਾਰੀਏ, ਅੱਗੇ ਵੀ ਬਹੁਤ ਮਾਰ ਪੈਂਦੀ ਹੈ। ਮਾਰ ਕਿਉਂ ਪੈਂਦੀ ਹੈ? ਦੁਨੀਆ ਕੇਰੀ ਦੋਸਤੀ, ਦੁਨੀਆ ਦੇ ਨਾਲ ਦੋਸਤੀ ਕਰਕੇ। ਦੇਖੋ, ਦੁਨੀਆਦਾਰਾਂ ਦੇ ਨਾਲ ਦੋਸਤੀ ਕਰਕੇ, ਮਿੱਤਰਤਾ ਕਰਕੇ। ਦੁਨੀਆਦਾਰ ਕੌਣ ਹਨ? ਜਿਨ੍ਹਾਂ ਨੂੰ ਦੁਨੀਆ ਦੀ ਚਾਹ ਹੈ, ਸੰਸਾਰ ਦੇ ਵਿੱਚ ਕੁਛ ਪਾਉਣ ਦੀ ਚਾਹ ਹੈ, ਜੀਣ ਦੀ ਚਾਹ ਹੈ, ਕਹਿ ਲਓ, ਲਾਲਸਾ ਹੈ ਸੁੱਖ ਪਾਉਣ ਦੀ। ਉਹ ਹੀ ਦੁਨੀਆਦਾਰ ਹੈ, ਉਹ ਹੀ ਮਨਮੁਖ ਹੈ। ਕਿਉਂਕਿ ਮਨ ਸੰਸਾਰ ਦੇ ਵਿੱਚ ਸੁੱਖ ਪਾਉਣਾ ਚਾਹੁੰਦਾ ਹੈ, ਅਤੇ ਜਿਹੜਾ ਸੁੱਖ ਪਾਉਣਾ ਚਾਹੁੰਦਾ ਹੈ ਉਹ ਮਨਮੁਖ ਹੈ। ਅਤੇ ਮਨਮੁਖ ਦੀ ਫਿਰ ਮਨਮੁਖਾਂ ਦੇ ਨਾਲ ਹੀ ਦੋਸਤੀ ਹੁੰਦੀ ਹੈ ਨਾ। ਹੁਣ ਜਿਹੜਾ ਸੰਸਾਰ 'ਚ ਸੁੱਖ ਪਾਉਣਾ ਚਾਹੁੰਦਾ ਹੈ ਤਾਂ ਉਹ ਵੈਸੇ ਦੇ ਨਾਲ ਹੀ ਦੋਸਤੀ ਕਰੇਗਾ, ਜਿਹੜਾ ਉਹਦੇ ਸੁੱਖ ਦੇ ਵਿੱਚ ਸਹਾਇਕ ਹੋਵੇਗਾ। ਜਿਵੇਂ ਅਕਸਰ ਤੁਸੀਂ ਦੇਖਿਆ ਹੀ ਹੈ ਨਾ, ਮਿੱਤਰਤਾ ਵੀ ਵੈਸੇ ਦੇ ਨਾਲ ਹੁੰਦੀ ਹੈ ਜੈਸਾ ਆਦਮੀ ਹੋਵੇ। ਸ਼ਰਾਬੀ ਦੀ ਸ਼ਰਾਬੀ ਨਾਲ ਹੋ ਜਾਂਦੀ ਹੈ, ਜੁਆਰੀ ਦੀ ਜੁਆਰੀ ਨਾਲ। ਇਵੇਂ ਹੀ ਜੈਸਾ ਆਦਮੀ ਹੈ ਵੈਸੇ ਦੇ ਨਾਲ ਹੀ ਮਿੱਤਰਤਾ ਹੋ ਜਾਂਦੀ। ਅਤੇ ਜਿਹੜੇ ਆਪ ਸੜ ਰਹੇ ਹਨ ਤ੍ਰਿਸ਼ਨਾ ਦੀ ਅਗਨ ਦੇ ਵਿੱਚ, ਸੰਸਾਰ ਵਿੱਚ, ਮਨਮੁਖ, ਉਹਨਾਂ ਦੇ ਨਾਲ ਦੋਸਤੀ ਕਰਕੇ ਫਿਰ ਇੱਥੇ ਵੀ ਦੁੱਖ ਪਾਉਣਾ ਹੈ, ਸੜਨਾ ਹੈ, ਅਤੇ ਅੱਗੇ ਵੀ ਜੰਪੁਰ ਬੱਧੇ ਮਾਰੀਏ। ਇਹੋ ਹੀ ਗੱਲ ਉੱਪਰ ਸਪਸ਼ਟ ਕਰ ਰਹੇ ਹਨ ਵੀ ਦੁਨੀਆ ਨਾ ਸਾਲਾਹੇ ਜੋ ਮਰ ਵੰਝ ਸੀ, ਵੀ ਦੁਨੀਆ ਨੂੰ ਨਾ ਸਲਾਵੇ ਜਿਹੜੀ ਮਰ ਕੇ ਜਾਣ ਵਾਲੀ ਹੈ। ਲੋਕਾਂ ਨੂੰ ਨਾ ਸਲਾਹੇ ਜੋ ਮਰ ਖਾਕ ਥੀ, ਜਿਹੜੇ ਲੋਕ ਖਾਕ ਹੋ ਜਾਣ ਵਾਲੇ ਹਨ ਉਹਨਾਂ ਨੂੰ ਨਾ ਸਲਾਵੇ। ਭਾਵ ਕਿ ਜਿਹਦੀ ਤੁਸੀਂ ਸ਼ਲਾਘਾ ਕਰਦੇ ਹੋ ਉਹਦੇ ਨਾਲ ਜੁੜ ਜਾਂਦੇ ਹੋ। ਅਤੇ ਅਕਸਰ ਜਿਹੜੇ ਵਾਸ਼ਨਾ ਦੇ ਭਰੇ ਹੋਏ ਹਨ ਉਹ ਦੁਨੀਆ ਦੇ ਵਿੱਚ ਜਿਹੜੇ ਸਫਲ ਹੋ ਜਾਂਦੇ ਹਨ ਲੋਕ, ਉਹਨਾਂ ਨੂੰ ਸਲਾਉਂਦੇ ਹਨ। ਤੁਸੀਂ ਦੇਖਿਆ ਹੀ ਹੈ ਨਾ, ਅਕਸਰ ਕਲਾਕਾਰਾਂ ਨੂੰ ਬਹੁਤ ਨੌਜਵਾਨ ਸਲਾਉਣਗੇ, ਉਹਨਾਂ ਦੇ ਭਗਤ ਬਣ ਜਾਂਦੇ ਹਨ। ਸਲਾਉਂਦੇ ਸਲਾਉਂਦੇ, ਉਸਤਤ ਕਰਦੇ ਕਰਦੇ ਉਹਨਾਂ ਦੇ ਨਾਲ ਜੁੜ ਜਾਂਦੇ ਹਨ। ਇੱਦਾਂ ਹੀ ਰਾਜਨੀਤਿਕ ਲੋਕਾਂ ਦੇ ਨਾਲ, ਧਨੀ ਲੋਕਾਂ ਦੇ ਨਾਲ, ਜਿਹੜੇ ਸਫਲ ਹੋ ਜਾਂਦੇ ਹਨ ਉਹਨਾਂ ਦੇ ਨਾਲ ਜੁੜਦੇ ਹਨ ਲੋਕ, ਸ਼ਲਾਘਾ ਕਰਦੇ ਹਨ। ਤੋ ਇੱਥੇ ਤਾਂ ਸਫਲ ਹੋ ਰਹੇ ਹਨ, ਦਿਖ ਰਹੇ ਹਨ ਤੁਹਾਨੂੰ, ਪਰ ਜੰਪੁਰ ਬੱਧੇ ਮਾਰੀਏ, ਵੇਲਾ ਨਾ ਲਾਹਨ। ਉਹ ਨਹੀਂ ਪਤਾ ਲੱਗੇਗਾ ਤੁਹਾਨੂੰ, ਉਹ ਬਾਅਦ ਵਿੱਚ ਲੱਗੇਗਾ ਜੇ ਤੁਸੀਂ ਵੀ ਬੱਧੇ ਜਾਓਗੇ। ਅਤੇ ਮਨਮੁਖ ਜਿਹੜੇ ਹਨ ਉਹ ਦੁਨੀਆ ਦੇ ਨਾਲ ਜੁੜਦੇ ਹਨ, ਦੁਨੀਆ ਦੀ ਸ਼ਲਾਘਾ ਕਰਕੇ। ਪਰ ਜਿਹੜੇ ਗੁਰਮੁਖ ਹਨ
ਵਾਹ ਮੇਰੇ ਸਾਹਿਬਾ ਵਾਹ, ਗੁਰਮੁਖ ਸਦਾ ਸਾਲਾਹੀ, ਇਹ ਸੱਚਾ ਵੇ ਪਰਵਾਹ। ਉਹ ਸੱਚੇ ਵੇ ਪਰਵਾਹ ਨੂੰ ਸਲਾਉਂਦੇ ਹਨ, ਉਹਦੇ ਨਾਲ ਦੋਸਤੀ ਕਰਦੇ ਹਨ, ਉਹਦੀ ਉਸਤਤ ਕਰਦੇ ਹਨ। ਉਹ ਜਨਮ ਜਿਹੜਾ ਹਨ ਸਵਾਰ ਲੈਂਦੇ ਹਨ। ਗੁਰਮੁਖ ਜਨਮ ਸਕਾਰਥ, ਸੱਚੇ ਸ਼ਬਦ ਲਗਨ। ਆਤਮ ਰਾਮ ਪ੍ਰਗਾਸਿਆ, ਸਹਜੇ ਸੁਖ ਰਹਾਨ। ਉਹ ਸੱਚੇ ਸ਼ਬਦ ਦੇ ਨਾਲ ਜੁੜ ਜਾਂਦੇ ਹਨ ਅਤੇ ਉਹਨਾਂ ਦੇ ਅੰਦਰ ਪ੍ਰਕਾਸ਼ ਹੋ ਜਾਂਦਾ ਹੈ ਅਤੇ ਸਹਿਜ ਹੀ ਸੁਖ ਰਹਾਨ, ਸਹਿਜ ਹੀ ਉਹ ਸੁੱਖ ਦੇ ਵਿੱਚ ਵਸਦੇ ਹਨ। ਭਾਵ ਇਹ ਹੈ ਵੀ ਜਿਹੜੇ ਗੁਰਮੁਖ ਹਨ ਉਹ ਗੁਰੂ ਦੇ ਸ਼ਬਦ ਦੁਆਰਾ ਅੰਦਰੋਂ ਸੁਖ ਪਾ ਲੈਂਦੇ ਹਨ, ਅਤੇ ਜਿਹੜੇ ਮਨਮੁਖ ਹਨ ਉਹ ਗੁਰੂ ਦੇ ਸ਼ਬਦ ਤੋਂ ਹੀਣੇ ਹੋ ਕੇ ਦੁਨੀਆ ਦੇ ਸ਼ਬਦਾਂ ਦੇ ਨਾਲ ਜੁੜ ਕੇ ਦੁਨੀਆਦਾਰਾਂ ਦੇ ਨਾਲ ਦੋਸਤੀ ਕਰਕੇ ਬਾਹਰੋਂ ਸੁੱਖ ਟੋਲਦੇ ਹਨ। ਦੁਨੀਆਦਾਰ ਕਹਿੰਦੇ ਹਨ ਬਾਹਰ ਸੁੱਖ ਹੈ, ਪਰ ਗੁਰਮੁਖ ਕਹਿੰਦੇ ਹਨ ਤੁਹਾਡੇ ਅੰਦਰ ਸੁੱਖ ਹੈ, ਸੁੱਖਾਂ ਦਾ ਖਜ਼ਾਨਾ। ਅਤੇ ਜਿਹੜੇ ਗੁਰਮੁਖ ਹਨ ਗੁਰੂ ਦਾ ਉਪਦੇਸ਼ ਸੁਣ ਕੇ ਫਿਰ ਅੰਦਰ ਨੂੰ ਜਾਂਦੇ ਹਨ ਅਤੇ ਅੰਦਰ ਉਹਨਾਂ ਦੇ ਪ੍ਰਕਾਸ਼ ਹੋ ਜਾਂਦਾ ਹੈ, ਭਾਵ ਕਿ ਚਾਨਣਾ ਹੋ ਜਾਂਦਾ ਹੈ। ਉਹ ਜਾਣ ਲੈਂਦੇ ਹਨ ਵੀ ਬਾਹਰ ਨਹੀਂ ਹੈ, ਉਹ ਸੁੱਖਾਂ ਦਾ ਖਜ਼ਾਨਾ, ਸੁੱਖ ਨਿਧਾਨ, ਉਹ ਅੰਮ੍ਰਿਤ ਦਾ ਖਜ਼ਾਨਾ ਅੰਦਰ ਹੀ ਹੈ। ਅਤੇ ਜਿਨ੍ਹਾਂ ਨੂੰ ਗੁਰ ਕਾ ਸ਼ਬਦ ਵਿਸਾਰਿਆ, ਦੂਜੇ ਪਾਏ ਰਚਨ। ਤਿਸਨਾ ਭੁੱਖ ਨਾ ਉਤਰੈ, ਅੰਦਿਨ ਜਲਤ ਫਿਰਨ। ਕਹਿੰਦੇ ਹਨ ਜਿਨ੍ਹਾਂ ਨੇ ਗੁਰੂ ਦਾ ਸ਼ਬਦ ਵਿਸਾਰਿਆ ਹੈ, ਗੁਰੂ ਦਾ ਉਪਦੇਸ਼, ਉਹ ਦੂਜੇ ਭਾਏ ਰਚਨ। ਉਹ ਦੂਜੇ ਭਾਵ ਕੀ ਮਾਇਆ ਦੇ ਭਾਵ ਦੇ ਵਿੱਚ ਰਚੇ ਹੋਏ, ਉਹਨਾਂ ਦੇ ਅੰਦਰੋਂ ਤਿਸ਼ਨਾ ਭੁੱਖ ਨਾ ਉਤਰੇ, ਮਾਇਆ ਦੀ ਭੁੱਖ ਨਹੀਂ ਉਤਰਦੀ ਹੈ। ਅੰਦਿਨ ਜਲਤ ਫਿਰਨ, ਰਾਤ ਦਿਨ ਤ੍ਰਿਸ਼ਨਾ ਦੀ ਭੁੱਖ ਦੇ ਵਿੱਚ ਭੱਜੇ ਫਿਰਦੇ ਹਨ। ਸ਼ਾਂਤੀ ਨਹੀਂ ਹੈ ਉਹਨਾਂ ਦੇ ਅੰਦਰ, ਹੋ ਨਹੀਂ ਸਕਦੀ, ਕਿਉਂਕਿ ਅੰਦਰ ਚਾਹਤ ਹੈ ਨਾ, ਚਾਹਤ ਹੈ ਸੁੱਖ ਪਾਉਣ ਦੀ। ਸੁੱਖ ਪਾਉਣ ਕਰਕੇ ਹੀ ਆਦਮੀ ਮਾਇਆ ਦੇ ਚੱਕਰਾਂ 'ਚ ਪੈਂਦਾ ਹੈ, ਕੁਛ ਵੀ ਬਾਹਰ ਪੈਂਦਾ ਹੈ ਚੱਕਰਾਂ 'ਚ, ਤੋ ਹੋਰ 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 ਫਿਰ ਅੱਗੇ ਤੋਂ ਅੱਗੇ ਚੱਲਦਾ ਰਹਿੰਦਾ ਅਤੇ ਸ਼ਾਂਤੀ ਨਹੀਂ ਮਿਲਦੀ। ਫਿਰ ਉਹਨਾਂ ਦਾ ਦੁਸ਼ਟਾਂ ਨਾਲ ਦੋਸਤੀ, ਨਾਲ ਸੰਤਾਂ ਵੈਰ ਕਰਨ। ਆਪ ਡੁੱਬੇ ਕੁਟੁੰਬ ਸਿਓ, ਸਗਲੇ ਕੁਲ ਡੋਬਨ। ਕਹਿੰਦੇ ਹਨ ਉਹਨਾਂ ਦੀ ਦੁਸ਼ਟਾਂ ਦੇ ਨਾਲ ਦੋਸਤੀ ਹੈ, ਪਰ ਜਿਹੜੇ ਸੰਤ ਹਨ, ਸ਼ਾਂਤ ਹਨ, ਪ੍ਰਭੂ ਦੇ ਪਿਆਰੇ ਹਨ, ਉਹਨਾਂ ਨਾਲ ਵੈਰ ਕਰਦੇ ਹਨ, ਈਰਖਾ ਕਰਦੇ ਹਨ। ਅਤੇ ਦੁਨੀਆ ਦੇ ਦਾਰਾਂ ਦੇ ਨਾਲ ਉਹਨਾਂ ਦਾ ਪ੍ਰੇਮ ਹੈ, ਮੋਹ ਹੈ। ਫਿਰ ਆਪ ਤੇ ਡੁੱਬਦੇ ਹਨ, ਆਪ ਡੁੱਬੇ ਕੁਟੁੰਬ ਸਿਓ, ਸਗਲੇ ਕੁਲ ਡੋਬਨ। ਜਿਹੜੇ ਉਹਨਾਂ ਦੇ ਪਿੱਛੇ ਲੱਗੇ ਹੋਏ ਹਨ, ਉਹਨਾਂ ਦੇ ਨਾਲ ਜੁੜੇ ਹੋਏ ਹਨ, ਕੁਲ ਦਾ ਭਾਵ ਉਹਨਾਂ ਨੂੰ ਡੋਬਦੇ ਹਨ। ਐਸਾ ਹੀ ਹੁੰਦਾ ਆਇਆ ਹੈ ਨਾ। ਬਹੁਤ ਪੜ੍ਹੇ ਲਿਖੇ ਜਿਹੜੇ ਸਨ ਪੁਰਾਣੇ ਸਮਿਆਂ ਦੇ ਵਿੱਚ ਵੀ, ਆਪ ਡੁੱਬੇ ਚਹੁ ਵੇਦ ਮੇ ਚੇਲੇ ਦੀਏ ਬਹਾਏ। ਇੰਨਾ ਗਿਆਨ ਸੀ ਵੇਦਾਂ ਦਾ, ਸ਼ਾਸਤਰਾਂ ਦਾ, ਪਰ ਈਰਖਾ ਕਰ ਰਹੇ ਸਨ ਨਾ ਭਗਤਾਂ ਦੇ ਨਾਲ, ਸੰਤਾਂ ਦੇ ਨਾਲ, ਕਬੀਰ ਜੀ ਦੇ ਨਾਲ, ਰਵਿਦਾਸ ਜੀ ਦੇ ਨਾਲ, ਬਾਬੇ ਨਾਨਕ ਦੇ ਨਾਲ। ਅਤੇ ਆਪ ਤੇ ਡੁੱਬੇ ਉਹ, ਪਰ ਉਹਨਾਂ ਦੇ ਜਿਹੜੇ ਪਿੱਛੇ ਲੱਗੇ ਹੋਏ ਸਨ ਵੇਦਾਂ ਸ਼ਾਸਤਰਾਂ ਨੂੰ ਸੁਣਨ ਵਾਲੇ, ਉਪਦੇਸ਼ ਸੁਣਨ ਵਾਲੇ, ਉਹ ਵੀ ਡੁੱਬੇ ਨਾ। ਗਿਆਨ ਤੇ ਉਹਨਾਂ ਕੋਲ ਬਹੁਤ ਸੀ, ਪਰ ਸੰਸਾਰ ਦੇ ਨਾਲ ਲਗਾਵ ਸੀ ਨਾ। ਲਗਾਵ ਹੋਣ ਕਰਕੇ ਉਹ ਸੰਤਾਂ ਦੀ ਵੀ ਈਰਖਾ ਕਰਦੇ। ਸੰਤਾਂ ਨੂੰ ਸਿਆਣ ਨਹੀਂ ਸਕਦਾ ਹੈ ਆਦਮੀ ਜਿੰਨਾ ਚਿਰ ਸੰਸਾਰ ਨਾਲ ਲਗਾਵ ਹੈ, ਸੰਸਾਰ ਦੀ ਵਾਸ਼ਨਾ ਹੈ, ਉਹਨਾਂ ਚਿਰ ਕਦੀ ਸਿਆਣ 'ਚ ਨਹੀਂ ਆਉਂਦੇ। ਉਹ ਰਹਿੰਦੇ ਹਨ ਸੰਸਾਰ ਵਿੱਚ, ਵੈਸੇ ਹੀ ਜੀਂਦੇ ਹਨ, ਪਰ ਉਹਨਾਂ ਚਿਰ ਉਹਨੂੰ ਆਦਮੀ ਨੂੰ, ਦੂਸਰੇ ਨੂੰ ਨਹੀਂ ਪਤਾ ਲੱਗਦਾ ਹੈ ਜਿੰਨਾ ਚਿਰ ਉਹ
ਨਿਰਲੇਪ ਨਹੀਂ ਹੋ ਜਾਂਦਾ ਹੈ, ਕਿਉਂਕਿ ਜੈਸੇ ਕੋ ਵੈਸਾ ਹੀ ਜਾਣੇਗਾ ਨਾ। ਤੇ ਅੱਗੇ ਕਹਿੰਦੇ ਹਨ, ਨਿੰਦਾ ਭਲੀ ਕਿਸੇ ਕੀ ਨਾਹੀ, ਮਨ ਮੁਖ ਮੁਗਧ ਕਰਨ, ਮੂੰਹ ਕਾਲੇ ਤਿਨ ਨਿੰਦਕਾਂ ਨਰਕੇ ਘੋਰ ਭਵਨ। ਕਹਿੰਦੇ ਇਹੋ ਜਿਹੇ ਭਾਵੇਂ ਉਹ ਪੜ੍ਹੇ ਲਿਖੇ ਹਨ, ਸਮਝਦਾਰ ਹਨ, ਨਿੰਦਾ ਭਲੀ ਕਿਸੇ ਕੀ ਨਾਹੀ, ਸੰਤਾਂ ਦੀ ਨਿੰਦਾ ਤੇ ਬਹੁਤ ਮਾੜੀ ਹੈ, ਸੰਤ ਪੁਰਸ਼ਾਂ ਦੀ, ਗੁਰਮੁਖਾਂ ਦੀ, ਪਰ ਕਿਸੇ ਦੀ ਵੀ ਭਲੀ ਨਹੀਂ, ਕਿਉਂਕਿ ਨਿੰਦਾ ਕਰਨ ਦੁਆਰਾ ਵੀ ਤੁਸੀਂ ਜੁੜ ਜਾਂਦੇ ਸੰਸਾਰ ਨਾਲ। ਨਿੰਦਾ ਦੁਆਰਾ ਹਉਂ ਪ੍ਰਬਲ ਹੁੰਦੀ ਹੈ। ਨਿੰਦਾ ਦਾ ਮਤਲਬ ਇਹ ਹੁੰਦਾ ਵੀ ਮੈਂ ਸ੍ਰੇਸ਼ਟ, ਦੂਸਰਾ ਮਾੜਾ, ਆਪਣੇ ਗੁਣ ਪ੍ਰਗਟ ਕਰਨੇ ਦੂਸਰੇ ਦੀ ਨਿੰਦਾ ਕਰਕੇ। ਸਿੱਧਾ ਸਿੱਧਾ ਨਹੀਂ ਕਹਿਣਾ ਵੀ ਮੈਂ ਠੀਕ ਹਾਂ, ਦੂਸਰੇ ਨੂੰ ਗਲਤ ਠਹਿਰਾਓ ਅਤੇ ਆਪਣੇ ਆਪ ਠੀਕ ਬਣ ਜਾਂਦਾ ਹੈ ਬੰਦਾ। ਨਿੰਦਾ ਦਾ ਭਾਵ ਇਹ ਹੁੰਦਾ, ਆਲੇ ਦੁਆਲੇ ਜਿੰਨੇ ਵੀ ਹਨ ਉਸ ਮਹਿਕਮੇ ਦੇ ਲੋਕ, ਉਹਨਾਂ ਨੂੰ ਨਿੰਦੋ ਅਤੇ ਤੁਸੀਂ ਸ੍ਰੇਸ਼ਟ ਹੋ ਜਾਓਗੇ। ਇਸੇ ਕਰਕੇ ਆਦਮੀ ਨਿੰਦਾ ਕਰਦਾ, ਅਤੇ ਨਿੰਦੇ ਕਰਨ ਵਾਲੇ ਦਾ ਮੂੰਹ ਕਾਲਾ। ਨਿੰਦਕ ਨਰਕੇ ਘੋਰ ਭਵਨ, ਘੋਰ ਨਰਕ ਦੇ ਵਿੱਚ। ਤੋ ਮਹਾਮੂਗਧ ਹੈ, ਮੂੜ ਹੈ ਨਿੰਦਾ ਕਰਨ ਵਾਲਾ। ਇਹ ਮਨ ਜੈਸਾ ਸੇਵਹਿ ਤੈਸਾ ਹੋਵੇ, ਤੇਹੇ ਕਰਮ ਕਮਾਹੇ, ਆਪ ਬੀਜ ਆਪੇ ਹੀ ਖਾਵਣਾ, ਕਹਿਣਾ ਕਛੂ ਨਾ ਜਾਏ। ਕਹਿੰਦੇ ਹਨ ਇਹ ਮਨ ਜੈਸਾ ਸੇਵਹਿ ਤੈਸਾ ਹੋਵੇ, ਜੈਸਾ ਤੁਸੀਂ ਚਿੰਤਨ ਕਰਦੇ ਹੋ ਨਾ ਵੈਸੇ ਹੁੰਦੇ, ਅਤੇ ਵੈਸੇ ਹੀ ਕਰਮ ਕਮਾਹੇ, ਅਤੇ ਵੈਸੇ ਹੀ ਕਰਮ ਕਮਾਉਂਦੇ, ਅਤੇ ਉਹ ਕਰਮ ਹੀ ਤੁਹਾਡੇ ਬੀਜ ਬਣਦੇ ਹਨ, ਉਹੋ ਹੀ ਅੰਕੁਰ ਫੁੱਟਦੇ ਹਨ, ਅਤੇ ਜੈਸਾ ਬੀਜੇ ਤੈਸਾ ਖਾਵਣਾ। ਜੈ ਕਹਿੰਦੇ ਹਨ ਨਾ, ਜੇਹਾ ਬੀਜੇ ਜੈਸਾ ਬੀਜੇ ਤੈਸਾ ਲੂਣੇ, ਕਰਮਾਂ ਸੰਦੜਾ ਖੇਤ। ਜਿਹੋ ਜਿਹਾ ਬੀਜਦਾ ਹੈ, ਅਤੇ ਬੀਜ ਸ਼ੁਰੂ ਹੁੰਦੇ ਹਨ ਸੋਚਣ ਤੋਂ। ਸੋਚ ਕੇ ਬੀਜ ਬਣ ਗਿਆ। ਕਿਸੇ ਦੀ ਬੁਰਿਆਈ ਸੋਚੀ ਤੇ ਸਮਝ ਲਓ ਤੁਸੀਂ ਬੀਜ ਬੋ ਲਿਆ। ਤਦੇ ਕਿਹਾ ਨਾ, ਪਰ ਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਾ ਹੀ ਪਾਈ ਮੀ। ਕਿਸੇ ਦੀ ਬੁਰਿਆਈ ਸੋਚੀ, ਨਿੰਦਾ ਕੀਤੀ, ਤੋ ਸਮਝ ਲਓ ਤੁਸੀਂ ਬੀਜ ਬੀਜ ਲਿਆ। ਤੋ ਧੀਰੇ ਧੀਰੇ ਫਿਰ ਅੰਕੁਰਿਤ ਹੋਵੇਗਾ, ਅਤੇ ਜਦੋਂ ਵਿਚਾਰ ਇੱਕ ਵਾਰ ਕਰ ਲਿਆ, ਫਿਰ ਉਹ ਹੀ ਅੱਗੇ ਕਰਮ ਬਣ ਜਾਂਦਾ ਹੈ। ਫਿਰ ਉਹ ਬੀਜ ਦੇ ਵਿੱਚੋਂ ਹੋਰ ਬਹੁਤ ਸਾਰੇ ਅੰਕੁਰ ਨਿਕਲਦੇ ਆ, ਬਹੁਤ ਵੱਡਾ ਪੌਦਾ ਬਣ ਜਾਂਦਾ। ਜਦੋਂ ਬਹੁਤ ਜ਼ਿਆਦਾ ਬੀਜ ਨੂੰ ਫਲ ਲੱਗ ਜਾਂਦਾ ਹੈ, ਜ਼ਹਿਰੀਲੇ ਫਲ ਲੱਗਦੇ ਹਨ, ਫਿਰ ਜਦੋਂ ਆਦਮੀ ਖਾਂਦਾ ਹੈ ਫਿਰ ਪਤਾ ਲੱਗਦਾ ਹੈ ਉਹਨੂੰ ਵੀ ਆਪ ਹੀ ਬੀਜੇ ਸੀ। ਬੀਜਣ ਲੱਗਿਆ ਨਹੀਂ ਪਤਾ ਲੱਗਦਾ ਹੈ, ਵੱਢਣ ਲੱਗਿਆ, ਖਾਣ ਲੱਗਿਆ ਪਤਾ ਲੱਗਦਾ। ਅਤੇ ਪਹਿਲਾਂ ਨਹੀਂ, ਪਹਿਲਾਂ ਤਾਂ ਸੁਚੇਤ ਕਰਦੇ ਹਨ ਮਹਾਂਪੁਰਖਾਂ। ਥੱਲੇ ਲਿਖਿਆ ਵੀ ਹੈ ਨਾ, ਮਹਾਂਪੁਰਖਾਂ ਕਾ ਬੋਲਣਾ ਹੋਵੇ ਕਿਤੇ ਪਰਥਾਏ, ਹੋਏ ਅੰਮ੍ਰਿਤ ਭਰੇ ਭਰਪੂਰ ਹੈ, ਉਹਨਾਂ ਤਿਲ ਨਾ ਤਮਾਏ। ਕਹਿੰਦੇ ਹਨ ਉਹਨਾਂ ਦਾ ਕਿਸੇ ਪਰਥਾਏ ਬੋਲਣਾ ਹੋ ਰਿਹਾ ਹੈ, ਉਹ ਐਵੇਂ ਨਹੀਂ ਕਹਿ ਰਹੇ ਹਨ, ਐਵੇਂ ਨਹੀਂ ਸਮਝਾ ਰਹੇ ਹਨ ਤੁਹਾਨੂੰ। ਉਹਨਾਂ ਦੇ ਜਿਹੜੇ ਬਚਨ ਹਨ ਨਾ, ਉਹ ਆਤਮਿਕ ਜੀਣ ਵਾਸਤੇ ਹਨ। ਉਹਨਾਂ ਦਾ ਜਿਹੜਾ ਬੋਲਣਾ ਹੈ ਨਾ, ਉਹ ਵਿਅਰਥ ਨਹੀਂ ਹੈ। ਕਥਾਵਾਚਕ ਤੇ ਸਿਰਫ ਕਥਾ ਸੁਣਾਉਣ ਵਾਸਤੇ ਹੀ ਬੋਲਦੇ ਹਨ, ਪਰ ਜਿਹੜੇ ਰੱਬ ਦੇ ਪਿਆਰੇ ਹਨ ਉਹ ਸਿਰਫ ਸੁਣਾਉਣ ਵਾਸਤੇ ਨਹੀਂ ਬੋਲਦੇ ਹਨ, ਉਹ ਹੋਣ ਵਾਸਤੇ ਬੋਲਦੇ ਹਨ। ਉਹ ਕਹਿੰਦੇ ਹਨ, ਓਏ ਅੰਮ੍ਰਿਤ ਭਰੇ ਭਰਪੂਰ ਹੈ, ਉਹਨਾਂ ਤਿਲ ਨਾ ਤਮਾਏ। ਉਹਨਾਂ ਦੇ ਵਿੱਚ ਤਿਲ ਤਾਂ ਨਹੀਂ, ਤਮਾ ਨਹੀਂ ਹੈ, ਚਾਹਤ ਨਹੀਂ ਹੈ, ਤੁਹਾਡੇ ਕੋਲ ਕੁਛ ਚਾਹੀਦਾ ਨਹੀਂ ਹੈ। ਉਹ ਕਹਿੰਦੇ ਹਨ ਵੀ ਆਓ, ਅੰਮ੍ਰਿਤ ਭਰਪੂਰ ਹੈ, ਅੰਮ੍ਰਿਤ ਪੀਓ, ਸਦਾ ਚਿਰ ਜੀਓ, ਤਾਂ ਫਿਰ ਮਰਨ ਨਾ ਹੋਏ।
ਤੁਸੀਂ ਬਾਹਰ ਜ਼ਹਿਰ ਖਾ ਰਹੇ ਹੋ, ਪਰ ਜ਼ਹਿਰ ਉੱਪਰੋਂ ਮਿੱਠੀ ਲੱਗਦੀ ਹੈ। ਸੰਸਾਰ ਜ਼ਹਿਰ ਹੈ, ਇਹ ਵਿਸ ਗੰਧਲਾਂ ਧਰੀਆਂ ਖੰਡ ਲਿਵਾੜ। ਕਹਿੰਦੇ ਉੱਪਰ ਲਾਈ ਹੋਈ ਹੈ ਸ਼ੱਕਰ, ਅਤੇ ਉੱਪਰੋਂ ਤਾਂ ਮਿੱਠੀਆਂ ਲੱਗਦੀਆਂ ਹਨ, ਪਰ ਅੰਦਰ ਇਹਨਾਂ ਦੇ ਜ਼ਹਿਰ ਹੈ। ਅਤੇ ਜ਼ਹਿਰ ਜਿਹੜਾ ਹੈ ਨਾ, ਉਹ ਪਹਿਲਾਂ ਨਹੀਂ ਦਿਖਦਾ ਹੈ। ਪਹਿਲਾਂ ਤਾਂ ਮਿੱਠਾ ਲੱਗਦਾ ਹੈ ਸੰਸਾਰ, ਮਿਠਾਸ ਦੇ ਕਰਕੇ ਆਦਮੀ ਖਾਂਦਾ ਹੈ, ਫਿਰ ਧੀਰੇ ਧੀਰੇ ਜ਼ਹਿਰ ਫੈਲਦਾ ਜਾਂਦਾ ਹੈ। ਜਿਵੇਂ ਕਹਿ ਲਿਓ ਪਹਿਲੇ ਬੀਜ ਬੀਜਦਾ ਹੈ ਆਦਮੀ, ਉਦੋਂ ਨਹੀਂ ਪਤਾ ਲੱਗਦਾ ਹੈ ਵੀ ਬੀਜ ਕਿਹੜੇ ਬੀਜ ਰਿਹਾ। ਜਦੋਂ ਵੱਢਣੇ ਪੈਣਗੇ ਉਦੋਂ ਪਤਾ ਲੱਗੂਗਾ, ਜਦੋਂ ਖਾਣੇ ਪੈਣਗੇ। ਇਸੇ ਕਰਕੇ ਕਿਹਾ ਜਾਂਦਾ ਹੈ, ਦੁਨੀਆ ਕੇਰੀ ਦੋਸਤੀ ਮਨਮੁਖ ਦਜ ਮਰਨ। ਤੁਸੀਂ ਉਹਨਾਂ ਨਾਲ ਦੋਸਤੀ ਨਾ ਕਰੋ, ਨਹੀਂ ਤਾਂ ਤੁਸੀਂ ਵੀ ਸੜ ਕੇ ਮਰੋਗੇ। ਇੱਥੇ ਵੀ ਦੁੱਖ ਸਹਾਰੋਗੇ, ਅੱਗੇ ਵੀ। ਗੁਰਮੁਖਾਂ ਦੇ ਨਾਲ ਪਿਆਰ ਕਰੋ। ਗੁਰਮੁਖ ਜਨਮ ਸਿਖਾਰਤਾ ਸੱਚੇ ਸ਼ਬਦ ਲਗਾਨ। ਇਹ ਜੋੜੋ, ਸੱਚ ਦੇ ਨਾਲ ਜੋੜਨ ਵਾਲੇ ਸ਼ਬਦ ਹਨ, ਇਹਨਾਂ ਦੇ ਨਾਲ ਜੋੜੋ। ਸੰਸਾਰਿਕ ਸ਼ਬਦਾਂ ਨੂੰ ਛੱਡੋ, ਝੂਠਿਆਂ ਨੂੰ, ਅਤੇ ਜਿਹੜੇ ਸੱਚ ਵੱਲ ਨੂੰ ਪ੍ਰੇਰ ਰਹੇ ਹਨ, ਲਿਜਾਣ ਵਾਲੇ ਹਨ, ਗੁਰਮੁਖਾਂ ਦੇ ਸ਼ਬਦ, ਇਹਨਾਂ ਦੇ ਨਾਲ ਜੋੜੋ। ਆਤਮ ਰਾਮ ਪ੍ਰਗਾਸਿਆ ਸਹਿਜੇ ਸੁਖ ਰਹਨ। ਫਿਰ ਇੱਥੇ ਵੀ ਸੁੱਖ ਸਹਿਜੇ ਹੀ ਮਿਲਦਾ ਹੈ। ਇੱਥੇ ਸੁੱਖ, ਆਗੇ ਸੁਖ ਸਹਿਜ ਘਰ ਆਨੰਦ ਹਮਾਰੇ। ਫਿਰ ਸਦਾ ਹੀ ਆਨੰਦ ਦੇ ਵਿੱਚ, ਆਨੰਦ ਰੂਪੀ ਘਰ ਦੇ ਵਿੱਚ ਨਿਵਾਸ ਹੋ ਜਾਂਦਾ ਹੈ। ਅਤੇ ਮਨਮੁਖਾਂ ਦੇ ਨਾਲੋਂ ਟੁੱਟੀ ਭਲੀ